ਹੁਣ ਗੱਲ ਕਰਾਂਗੇ ਮਾਂ ਬੋਲੀ ਦੀ। ਪੰਜਾਬੀ ਬੋਲੀ ਨੂੰ ਲੈ ਕੇ ਪੰਜਾਬ ਸਰਕਾਰ ਸੰਜੀਦਾ ਨਜ਼ਰ ਆ ਰਹੀ ਹੈ। ਸਰਕਾਰ ਨੇ 21 ਫਰਵਰੀ ਦੀ ਡੈਡਲਾਈਨ ਤੈਅ ਕੀਤੀ ਹੈ ਤੇ ਨਾਲ ਹੀ ਪ੍ਰਾਈਵੇਟ ਸਕੂਲਾਂ ਨੂੰ ਵੀ ਚੇਤਾਵਨੀ ਦਿੱਤੀ ਹੈ। पंज दरियावां दी धरती पंजाब ते पंजाब दी मां बोली पंजाबी। पर मां बोली पंजाबी अपने ही घर विच बेगानी होण लगी। बोर्डां तो लैके साइन तक, शहरां तो लैके पिंडां तक, दफ्तरां तो स्कूलां तक ते हुण घरां तक पंजाबी दी थां दूजियां भाषावां हावी होण लगियां। पंजाबी बोली खुंझे लगदी गई। पंजाबियां नूं होश आई तां पंजाबी बोली दे हक दे विच आवाज उठण लगी। विरोध प्रदर्शन होने लगे। लोग जागे तां सरकारां भी गूढ़ी नींद चों उठियां ते पंजाबी प्रति मुहब्बत विखाण लगियां। पंजाब दे विच पंजाबी लागू करन दा फैसला करना पै रिहा। पहली गल तां इह होली पहली होनी चाहिदी सी, पर कई स्कूल इहो ਜਿਹੇ ने पानी थल्ले नलका लग्गिਆ, पंजाब दा पानी निकलदा है। ਜਿਹੜੇ ਅੱਧੀ ਛੁੱਟੀ ਵੇਲੇ ਖਾਣਾ ਖਾਂਦੇ ਟੀਚਰ ਵੀ ਤੇ ਸਾਰੇ ਵੀ, ਉਹ ਪੰਜਾਬ ਦੀ ਰੋਟੀ ਹੈ। पर पंजाबी बोलने ते पाबंदी लगी हुई है। जे पहली बार बच्चे पंजाबी बोलते फड़े गए तो 10 रुपये जुर्माना, जो दूजी बार फड़े गए तो फड़े गए, मतलब चोरी का काम है। पंजाबियां नूं अंग्रेजी दा ज्ञान देण दे लई बने कॉन्वेंट स्कूल तां इस तो भी अगे वध गए। इन्हां स्कूलां दे विच पढ़न वाले बच्चों नूं पंजाबी बोलण ते जुर्माना होण लग्या। पर हुण सरकार ने अजिहे स्कूलां नूं सख्त सुनेहा दित्ता है। तो असीं उन्हां नूं कहा कि जे ਤੁਸੀਂ ਪਹਿਲੀ ਵਾਰ ਜੁਰਮਾਨਾ ਕੀਤਾ, ਤੁਹਾਡੇ ਸਕੂਲ ਦੀ ਐਫੀਲੀਏਸ਼ਨ ਅਸੀਂ ਖਤਮ ਕਰ ਦਿਆਂਗੇ, ਅਸੀਂ ਉਹਨੂੰ ਓਵਰਟੇਕ ਕਰ ਲਾਂਗੇ। ਇਹ ਕੋਈ ਅਸੀਂ ਥੱਪਦੇ ਨਹੀਂ ਹੈਗੇ, ਥੱਪਦੇ ਨਹੀਂ। ਜਿਹੜੀ ਮਰਜ਼ੀ ਲੈਂਗੁਏਜ ਸਿੱਖੋ, ਫ੍ਰੈਂਚ ਸਿੱਖ ਲਓ, ਜਰਮਨ ਸਿੱਖ ਲਓ, ਜਿਹੜੀ ਮਰਜ਼ੀ ਲੈਂਗੁਏਜ ਸਿੱਖੋ, ਪਰ ਮਾਂ ਬੋਲੀ ਦੀ ਕੀਮਤ ਤਾਂ ਨਾ ਸਿੱਖੋ ਨਾ ਕਿ ਮੈਂ ਪੰਜਾਬੀ ਨੂੰ ਛੱਡ ਕੇ ਮੈਂ ਤਾਂ ਇਹ ਕਰੂੰਗਾ। ਮਾਨ ਸਰਕਾਰ ਸਰਕਾਰੀ ਦਫ਼ਤਰਾਂ ਦੇ ਲਈ ਹੁਣ ਡੈਡਲਾਈਨ ਜਾਰੀ ਕਰ ਚੁੱਕੀ ਹੈ ਕਿ 21 ਫਰਵਰੀ ਤੱਕ ਸਾਰੇ ਦਫ਼ਤਰਾਂ ਤੇ ਪੰਜਾਬੀ ਭਾਸ਼ਾ ਵਿੱਚ ਬੋਰਡ ਲਾਏ ਜਾਣ ਤੇ 21 ਫਰਵਰੀ ਤੱਕ ਜਿਨ੍ਹਾਂ ਨੇ ਅਜਿਹਾ ਨਾ ਕੀਤਾ ਉਹਨਾਂ ਤੇ ਲੱਗੇਗਾ ਜੁਰਮਾਨਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਤਰਨਤਾਰਨ ਦੇ ਸਰਹਾਲੀ ਦੀ। ਤਰਨਤਾਰਨ ਦੇ ਸਰਹਾਲੀ 'ਚ ਆਰਪੀਜੀ ਅਟੈਕ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਤੇ ਮੁਲਜ਼ਮਾਂ ਦੀ ਮਦਦ ਕਰਨ ਵਾਲੇ 4 ਹਮਲਾਵਰ ਪੁਲਿਸ ਨੇ ਡਿਟੇਨ ਵੀ ਕਰ ਲਏ ਨੇ। ਤਰਨਤਾਰਨ ਦੇ ਸਰਹਾਲੀ ਥਾਣੇ ਤੇ ਹੋਏ ਆਰਪੀਜੀ ਅਟੈਕ ਦੀ ਤਹਿ ਤੱਕ ਜਾਣ ਦਾ ਪੁਲਿਸ ਦਾਅਵਾ ਕਰ ਰਹੀ ਹੈ। ਦਾਅਵਾ ਹੈ ਕਿ ਜਾਂਚ ਸਹੀ ਦਿਸ਼ਾ ਦੇ ਵਿੱਚ ਜਾਰੀ ਹੈ, ਕੇਸ ਹੱਲ ਹੋ ਗਿਆ ਹੈ, ਬਸ ਕੜੀਆਂ ਜੋੜਨ ਦਾ ਕੰਮ ਬਾਕੀ ਹੈ ਅਤੇ ਬਹੁਤ ਜਲਦ ਸਾਰੇ ਕੇਸ ਦਾ ਖੁਲਾਸਾ ਹੋ ਜਾਵੇਗਾ। ਥਾਣੇ ਤੇ ਆਰਪੀਜੀ ਅਟੈਕ ਕਰਨ ਵਾਲੇ 2 ਹਮਲਾਵਰਾਂ ਦੀ ਪਛਾਣ ਪੁਲਿਸ ਨੇ ਕਰ ਲਈ ਹੈ ਅਤੇ ਹਮਲਾਵਰਾਂ ਦੀ ਮਦਦ ਕਰਨ ਵਾਲੇ 4 ਮੁਲਜ਼ਮਾਂ ਨੂੰ ਡਿਟੇਨ ਕੀਤਾ ਗਿਆ ਹੈ। ਡਿਟੇਨ ਕੀਤੇ ਗਏ ਮੁਲਜ਼ਮਾਂ ਤੇ ਹਮਲਾਵਰਾਂ ਨੂੰ ਸਾਧਨਾਂ ਸਮੇਤ ਕਈ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਨ ਦੇ ਇਲਜ਼ਾਮ ਨੇ। ਸਹਾਇਤਾ ਕਰਨ ਵਾਲੇ ਕਾਬੂ ਕਰ ਲਏ ਗਏ ਨੇ, ਪਰ ਹਮਲਾਵਰਾਂ ਨੂੰ ਫੜਨਾ ਹਾਲੇ ਬਾਕੀ ਹੈ। ਜਿਹੜਾ ਪੂਰਾ ਕ੍ਰਾਈਮ ਸੀਗਾ ਇਹਨੂੰ ਅਨਅਰਥ ਕਰ ਲਿਆ ਗਿਆ ਹੈ। ਸਾਰੀਆਂ ਸਿਰਫ ਹੁਣ ਕੜੀਆਂ ਜੋੜਨੀਆਂ ਨੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ। 4 ਬੰਦੇ ਨੇ ਜਿਨ੍ਹਾਂ ਨੂੰ ਅਸੀਂ ਡਿਟੇਨ ਕੀਤਾ ਇਹਦੇ ਵਿੱਚ, ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਦਿੱਤੀ, ਮੋਟਰਸਾਈਕਲ ਦਿੱਤਾ। ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਡਿਟੇਨ ਕਰਨਾ ਬਾਕੀ ਹੈ, ਬਟ ਜਲਦੀ ਹੀ ਜਿਉਂ ਹੀ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਪੂਰਾ ਇਹਦੀ ਡਿਟੇਲਸ ਜਿਹੜੀਆਂ ਨੇ ਉਹਦਾ ਖੁਲਾਸਾ ਕੀਤਾ ਜਾਏਗਾ। ਖਬਰਾਂ ਨੇ ਕਿ ਸਰਹਾਲੀ ਥਾਣੇ ਤੇ ਹਮਲਾ ਕਰਨ ਦੇ ਲਈ ਰਸ਼ੀਅਨ ਮੇਡ ਆਰਪੀਜੀ 22 ਦਾ ਇਸਤੇਮਾਲ ਕੀਤਾ ਗਿਆ। ਵਿਦੇਸ਼ੀ ਹਥਿਆਰਾਂ ਬਾਰੇ ਜਦੋਂ ਆਈਜੀ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਇੰਨਾ ਜ਼ਰੂਰ ਦੱਸਿਆ ਕਿ ਹਮਲੇ ਦੇ ਵਿੱਚ ਵਰਤੇ ਗਏ ਵੈਪਨ ਦੀ ਸਮਗਲਿੰਗ ਸਰਹੱਦ ਪਾਰ ਤੋਂ ਹੋਈ ਹੈ। ਜਿਹੜਾ ਇਹ ਵੈਪਨ ਯੂਜ਼ ਹੋਇਆ ਸੀਗਾ ਉਹ ਸਮਗਲਡ ਹੋ ਕੇ ਆਇਆ ਸੀ ਕ੍ਰਾਸ ਦੀ ਬਾਰਡਰ ਤੋਂ। ਜਿਹੜੀ ਇਹਦੀ ਸਾਰੀ ਕਨਸਪੀਰੇਸੀ ਹੈ, ਕੌਣ ਇਹਦੇ ਵਿੱਚ ਇਨਵੋਲਵ ਨੇ, ਉਹ ਵਾਂਸ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਹੈ ਫਿਰ ਸਾਰਾ ਸ਼ੇਅਰ ਕਰਾਂਗੇ ਇਹਦੇ ਵਿੱਚ। ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਥਾਣਿਆਂ ਨੂੰ ਲੈ ਕੇ ਪੁਲਿਸ ਪਹਿਲਾਂ ਤੋਂ ਹੀ ਅਲਰਟ ਤੇ ਸੀ, ਪਰ ਸਾਂਝ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਇਸ ਦਾ ਅੰਦਾਜ਼ਾ ਨਹੀਂ ਸੀ। ਪਰ ਤਰਨਤਾਰਨ ਦੇ ਸਰਹਾਲੀ ਵਿੱਚ ਹੋਏ ਹਮਲੇ ਤੋਂ ਬਾਅਦ ਪੁਲਿਸ ਹੁਣ ਹਾਈਵੇ ਤੇ ਪੈਂਦੇ ਥਾਣਿਆਂ ਨੂੰ ਲੈ ਕੇ ਖਾਸ ਚੌਕਸੀ ਵਰਤ ਰਹੀ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18। ਹੁਣ
ਹੁਣ ਗੱਲ ਕਰਾਂਗੇ ਐਸਜੀਪੀਸੀ ਦੀ। ਐਸਜੀਪੀਸੀ ਵੱਲੋਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕੀਤਾ ਗਿਆ ਹੈ। ਯੂਨੀਫਾਰਮ ਸਿਵਲ ਕੋਡ ਘੱਟ ਗਿਣਤੀਆਂ ਦੇ ਖਿਲਾਫ ਹੈ। ਆ ਕਹਿਣਾ ਹੈ ਹਰਜਿੰਦਰ ਸਿੰਘ ਧਾਮੀ ਦਾ, ਐਸਜੀਪੀਸੀ ਪ੍ਰਧਾਨ। ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਹਨਾਂ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਸਵਾਲ ਪੁੱਛਣ ਲੱਗਿਆ ਹੈ ਕਿ ਯੂਨੀਫਾਰਮ ਸਿਵਲ ਕੋਡ ਤੇ ਲਾਲਪੁਰਾ ਦੀ ਕੀ ਰਾਏ ਹੈ, ਉਹ ਦੱਸਣ। ਘੱਟ ਗਿਣਤੀਆਂ ਦੇ ਅਧਿਕਾਰ ਸੁਰੱਖਿਅਤ ਕੀਤੇ ਜਾਣ। ਦਰਅਸਲ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਘੱਟ ਗਿਣਤੀਆਂ ਦੇ ਖਿਲਾਫ ਹੈ। ਤਾਂ ਦੱਸ ਦਈਏ ਕਿ ਯੂਨੀਫਾਰਮ ਸਿਵਲ ਕੋਡ यानी कि हर जाति का बंदा एक धर्म के अंदर आता है। हालांकि भारत च यूनीफॉर्म सिविल कोड अप्लाई नहीं होता है। जो गोवा ही इकल्ला सूबा है जिथे कि यूनीफॉर्म सिविल कोड है। ते हुण हरजिंदर सिंह धामी दे वल्लों यूनीफॉर्म सिविल कोड का विरोध किया गया। उन्होंने घट गिनती कमीशन के चेयरमैन इकबाल सिंह लालपुरा तो सवाल पूछा। उन्होंने कहा कि यूनीफॉर्म सिविल कोड ते लालपुरा की की है राय, नाले ही घट गिनतियां दे अधिकार सुरक्षित किए जाने की भी उन्होंने वल्लों गल आखी गई है। ਨੂੰ ਵੀ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਇੱਕ ਸਾਡੇ ਨਾਲ ਸਾਰੀਆਂ ਘੱਟ ਗਿਣਤੀਆਂ ਦੇ ਨਾਲ ਜਿਹੜਾ ਕੋਝਾ ਯਤਨ ਕੀਤਾ ਜਾ ਰਿਹਾ, ਉਹਦੇ ਉੱਤੇ ਵੀ ਇਸੇ ਤਰ੍ਹਾਂ ਸਾਰੀ ਕੌਮ ਇਕੱਠੀ ਹੋਵੇ ਔਰ ਘੱਟ ਗਿਣਤੀ ਕਮਿਊਨਿਟੀ ਸਾਰੀਆਂ, ਚਾਹੇ ਮੁਸਲਮਾਨ ਹੋਣ ਚਾਹੇ ਉਹ ਕ੍ਰਿਸਚੀਅਨ ਹੋਣ, ਸਾਰਿਆਂ ਨੂੰ ਕਿਉਂਕਿ ਉਹਨਾਂ ਦੇ ਸਟੇਟਸ ਦਾ ਖਤਰਾ ਆ, ਸੋ ਉਹਦੇ ਤੇ ਵੀ ਸਾਰਿਆਂ ਨੂੰ ਇਕਜੁੱਟਤਾ ਦੇ ਨਾਲ ਹੀ ਜਿਹੜਾ ਸਾਰੇ ਕਿ ਜਿਹੜਾ ਘੱਟ ਗਿਣਤੀ ਕਮਿਸ਼ਨ ਹੁੰਦਾ ਉਹਦੇ ਚੇਅਰਮੈਨ ਦਾ ਇਹ ਫਰਜ਼ ਆ ਪ੍ਰੋਟੈਕਟ ਕਰਨਾ ਘੱਟ ਗਿਣਤੀ ਕਮਿਸ਼ਨ, ਘੱਟ ਗਿਣਤੀਆਂ ਨੂੰ ਕਮਿਸ਼ਨ। ਤੇ ਜੇ ਘੱਟ ਗਿਣਤੀਆਂ ਦਾ ਕਮਿਸ਼ਨ ਹੀ ਪੋਲੀਟੀਕਲ ਸਟੇਜਾਂ ਦੇ ਉੱਤੇ ਪੋਲੀਟੀਕਲ ਬੋਲੀ ਬੋਲੇ ਤੇ ਫਿਰ ਆਪਾਂ ਉਹ ਤੋਂ ਆਪਣਾ ਲੈ ਸਕਦੇ ਵੀ ਕਿੰਨੇ ਕੁ ਵਕਤ ਰੱਖੀ ਜਾਵਾਂਗੇ। ਸਾਡੇ ਇਸ ਵੇਲੇ ਘੱਟ ਗਿਣਤੀਆਂ ਦੇ ਚੇਅਰਮੈਨ ਆ, ਮੈਂ ਲਾਲਪੁਰਾ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡਾ ਇਹਦੇ ਕੀ ਪ੍ਰਤੀਕਰਮ ਆ। ਹੁਣ ਗੱਲ ਕਰਾਂਗੇ 2000 ਦੇ ਨੋਟਾਂ ਦੀ। ਕੀ 2000 ਦਾ ਨੋਟ ਬੰਦ ਕੀਤਾ ਜਾਵੇਗਾ? ਭਾਜਪਾ ਦੇ ਸੰਸਦ ਨੇ ਮੰਗ ਕੀਤੀ। ਉਹਨਾਂ ਨੇ ਕਿਹਾ ਕਿ 2000 ਦਾ ਨੋਟ ਬੰਦ ਹੋਣਾ ਚਾਹੀਦਾ ਹੈ। ਆ ਮੰਗ ਸੁਸ਼ੀਲ ਮੋਦੀ ਵੱਲੋਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਬਲੈਕ ਮਨੀ 'ਚ ਵਰਤਿਆ ਜਾਂਦਾ ਹੈ 2000 ਦਾ ਨੋਟ। ਹਾਲਾਂਕਿ 2016 'ਚ ਨੋਟਬੰਦੀ ਦੌਰਾਨ ਲਿਆਂਦਾ ਗਿਆ ਸੀ 2000 ਦਾ ਨੋਟ। ਦੱਸ ਦਈਏ ਕਿ 2016 'ਚ ਜਦੋਂ ਨੋਟਬੰਦੀ ਹੋਈ ਸੀਗੀ ਤੇ 500 ਤੇ 1000 ਰੁਪਏ ਦੇ ਨੋਟ ਬੰਦ ਕਰਕੇ 2000 ਦਾ ਨੋਟ ਲਿਆਂਦਾ ਗਿਆ ਸੀਗਾ। ਤੇ पर 3 साल पहले ही आरबीआई दे वल्लों 2000 का नोट छापना बंद हो गया है, पर हाले भी मार्केट 2000 का नोट। ते बीजेपी दे मैंबर सुशील मोदी ने कहा है कि 2000 का नोट बंद होना चाहिए। 2000 का नोट ब्लैक मनी वास्ते यूज होता है, ड्रग ट्रैफिकिंग वास्ते यूज होता है, टेरर फंडिंग वास्ते यूज होता है। तो इसका विरोध कर रहे थे। वो कह रहे थे कि 2000 का नोट बंद होना चाहिए है। रिजर्व बैंक ऑफ इंडिया ने भी 3 वर्षों से इसकी छपाई बंद कर दी है और 2000 का नोट एक क्षणिक तौर पर नोटबंदी के दौरान इसको लाया गया था ताकि 500 और 1000 के नोट को बदलने में लोगों को कठिनाई नहीं हो। और अब कहीं बाजार में नोट दिखाई नहीं पड़ता, कहीं इसका दर्शन नहीं होता है। और जो सूचना मिल रही कि इससे लोगों ने होर्डिंग कर रखी है, जिसके पास जो था वो जमा कर रखा है। इसका इस्तेमाल टेरर फंडिंग, ब्लैक मनी, ड्रग ट्रैफिकिंग, इस तरह की चीज़ों में इसका इस्तेमाल हो रहा है। और दुनिया की जितनी भी विकसित अर्थव्यवस्था है, चाहे वो चीन हो, जापान हो, जर्मनी हो, अमेरिका हो, कहीं पर भी 100 से ज़्यादा के डिनोमिनेशन की कोई करेंसी नहीं है। तो इसलिए ब्लैक मनी को रोकने की दिशा में भी एक सार्थक कदम होगा। तो इसलिए जरूर सरकार को इस बात का विचार करना चाहिए कि इसको फेज आउट किया जाए। एक बार में बैन करने के बजाय लोगों को 2 साल 3 साल का मौका दिया जाए। जिनके पास 2000 के नोट हैं उसको वो बदल सके और बदल कर छोटी करेंसी वो ले सके और उसके बाद वो लीगल टेंडर के रूप में न रहे। इस प्रकार की कोई व्यवस्था के बारे में सरकार को विचार करना चाहिए। खबर फरीदाबाद तो है जिथे कि पैसे निगलन की कोशिश की गई। फरीदाबाद सब इंस्पैक्टर ने निगले ने पैसे, दरअसल रिश्वत दे पैसे लए सन। उसदे वल्लों 4000 रुपए रिश्वत लई गई सी कि जदों विजिलेंस ने उन्हें काबू किया तो उसने जो पैसे 4000 सीगे वो मूंह च पा ले। विजिलेंस ने बड़ी ही मशक्कत तो बाद उसदे मूंह चों पैसे कटवाए। दरअसल मज वापस दिवाउण बदले रिश्वत मंगी गई सी। हालांकि इस दौरान विजिलेंस का रवैये भी सवालों के घेरे च आ गया जदों सब इंस्पैक्टर दे मूंह चों पैसे कढण लई उसदे लक बंद कर दिता गया। तस्वीरां फरीदाबाद दियां ने जिथे कि पैसे निगलन की कोशिश की गई। सब इंस्पैक्टर दे वल्लों रिश्वत लई गई सीगी ते जदों विजिलेंस ने उन्हें काबू कर लिया ते उसने 4000 रुपए मूंह च पा ले। ते तस्वीरां मौके दियां सामने आईयां ने जदों कि विजिलेंस दे वल्लों उसके मूंह चों पैसे कढवाए जा रहे हैं। मैं इंस्पेक्टर स्टेट विजिलेंस साले पे इतना जूत मार दूंगा। हट जा पीछे को। इसका तो कैरियर खराब हो गया, अपना और खराब करेगा। तो अपने अर्जुन की खराब कर लेगा। हाँ। ये पैसे खा रहा है, जल्दी पकड़ी सर। पैसे खा गया ना, पैसे खा रहा है, ये इसका मुंह में से निकाल। पैसे निकालूं। वेला एक छोटे ਜਿਹੇ ब्रेक दा।